ਸਾਡਾ ਅੱਜ ਦਾ ਟੌਪਿਕ ਹੈ ਓਲੇਰੀਕਲਚਰ ਐਂਡ ਇਟਸ ਇੰਪੋਰਟੈਂਸ ਇਨ ਹਿਊਮਨ ਨਿਊਟ੍ਰੀਸ਼ਨ। ਓਲੇਰੀਕਲਚਰ ਕੀ ਹੈ? ਓਲੇਰੀਕਲਚਰ ਇੱਕ ਹਾਰਟੀਕਲਚਰ ਦੀ ਬ੍ਰਾਂਚ ਹੈ ਜਿਸ ਦੇ ਵਿੱਚ ਡਿਟੇਲ ਸਟੱਡੀ ਹੁੰਦੀ ਹੈ ਸਬਜ਼ੀਆਂ ਦੇ ਬਾਰੇ, ਸਬਜ਼ੀਆਂ ਨੂੰ ਕਿਵੇਂ ਕਲਟੀਵੇਟ ਕਰਨਾ ਹੈ, ਫਰਟੀਲਾਈਜ਼ਰ ਕਿਵੇਂ ਲਗਾਉਣੇ ਨੇ ਅਤੇ ਇਰੀਗੇਸ਼ਨ ਕਿਵੇਂ ਕਰਨੀ ਆ, ਪਲੱਸ ਹਾਰਵੈਸਟਿੰਗ ਕਿਵੇਂ ਕਰਨੀ ਹੈ, ਇਹ ਸਾਰਾ ਡਿਟੇਲ ਦੇ ਵਿੱਚ ਹੁੰਦਾ ਹੈ। ਹੁਣ ਸਬਜ਼ੀਆਂ ਆਪਾਂ ਕਿਹਨਾਂ ਨੂੰ ਕਹਿ ਸਕਦੇ ਹਾਂ? ਸਬਜ਼ੀਆਂ ਕੋਈ ਵੀ ਫਲੀਆਂ, ਕੋਈ ਫਰੂਟ ਜਿਵੇਂ ਕਿ ਟਮਾਟਰ, ਟਿਊਬਰਸ ਜਿਵੇਂ ਕਿ ਆਲੂ ਜਾਂ ਕਿਸੇ ਚੀਜ਼ ਦੇ ਪੱਤੇ, ਮਸ਼ਰੂਮ ਵੀ ਸਬਜ਼ੀਆਂ ਦੀ ਹੀ ਇੱਕ ਫੋਰਮ ਹੈ। ਉਸ ਤੋਂ ਬਾਅਦ ਅਗਲੀ ਸਲਾਈਡ ਹੈ ਕਿ ਪੋਸੀਬਿਲਿਟੀਜ਼ ਆਫ ਵੈਜੀਟੇਬਲ ਕਲਟੀਵੇਸ਼ਨ ਇਨ ਇੰਡੀਆ। ਇੰਡੀਆ ਦੇ ਵਿੱਚ ਕੀ ਪੋਸੀਬਿਲਿਟੀ ਹੋ ਸਕਦੀਆਂ ਨੇ ਫਿਊਚਰ ਦੇ ਵਿੱਚ, ਅਤੇ ਕੀ ਆਪਣੇ ਨੂੰ ਕੀ ਮਹੱਤਤਾ ਜੇ ਆਪਾਂ ਸਬਜ਼ੀਆਂ ਉਗਾਉਂਦੇ ਹਾਂ। ਤਾਂ ਪਹਿਲੀ ਚੀਜ਼ ਹੈ ਪ੍ਰੋਫਿਟੇਬਿਲਿਟੀ। ਪ੍ਰੋਫਿਟ ਆਪਾਂ ਨੂੰ ਮੁਨਾਫਾ ਜਿਹੜਾ ਹੈ ਉਹ ਟਰਡੀਸ਼ਨਲ ਕਰੋਪਸ ਨਾਲੋਂ ਜ਼ਿਆਦਾ ਪ੍ਰਾਪਤ ਹੋ ਸਕਦਾ ਹੈ। ਮੋਰ ਕਰੋਪਸ, ਜ਼ਿਆਦਾ ਕਰੋਪਸ ਉਗਾ ਸਕਦੇ ਹੈਗੇ। ਇੱਕ ਸਾਲ ਦੇ ਵਿੱਚ ਆਪਾਂ 5 ਜਾਂ 6 ਫਸਲਾਂ ਲੈ ਸਕਦੇ ਹਾਂ ਸਬਜ਼ੀਆਂ ਦੇ ਨਾਲ। ਯੂਟੀਲਾਈਜੇਸ਼ਨ ਆਫ ਲੈਂਡ, ਕਿਉਂਕਿ ਵਰਾਇਟੀ ਬਹੁਤ ਜ਼ਿਆਦਾ ਹੈ ਸਬਜ਼ੀਆਂ ਦੀ, ਅਲੱਗ ਅਲੱਗ ਮਿੱਟੀਆਂ ਨੂੰ ਉਹ ਸੂਟੇਬਲ ਸਬਜ਼ੀ ਆਪਾਂ ਗਰੋ ਕਰ ਸਕਦੇ ਹਾਂ। ਗਵਰਨਮੈਂਟ ਅਸਿਸਟੈਂਟ, ਅੱਜ ਕੱਲ੍ਹ ਸਰਕਾਰ ਵੀ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਅਧੀਨ ਬਹੁਤ ਜ਼ਿਆਦਾ ਸਬਸਿਡੀਆਂ ਦੇ ਰਹੀ ਹੈ ਫੋਰ ਦਾ ਪ੍ਰੋਟੈਕਟਡ ਕਲਟੀਵੇਸ਼ਨ ਐਜ਼ ਵੈਲ ਐਜ਼ ਫੋਰ ਦਾ ਕਲਟੀਵੇਸ਼ਨ ਆਫ ਨੋਰਮਲ ਅੰਡਰ ਦਾ ਫੀਲਡ ਕੰਡੀਸ਼ਨ ਕਲਟੀਵੇਸ਼ਨ ਆਫ ਵੈਜੀਟੇਬਲਸ। ਇੰਪਲੋਇਮੈਂਟ ਜ਼ਿਆਦਾ, ਇਸ ਦੇ ਨਾਲ ਰੁਜ਼ਗਾਰ ਮਿਲਦਾ ਹੈ ਜ਼ਿਆਦਾ ਲੋਕਾਂ ਨੂੰ, ਕਿਉਂਕਿ ਲੇਬਰ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ। ਅਨਸਰਟਨਿਟੀ ਆਫ ਵੈਦਰ, ਉਹਨੂੰ ਵੀ ਟੋਲਰੇਟ ਕਰ ਸਕਦੀਆਂ ਆਪਾਂ। ਕਰੋਪ ਨੂੰ ਚੇਂਜ ਕਰ ਸਕਦੇ ਹਾਂ ਵੈਦਰ ਦੇ ਅਕੋਰਡਿੰਗ, ਸਬਜ਼ੀਆਂ ਦੇ ਵਿੱਚ ਜ਼ਿਆਦਾ ਚੋਇਸ ਹੋਣ ਕਰਕੇ। ਉਸ ਤੋਂ ਬਾਅਦ ਹੈ ਇਰੀਗੇਸ਼ਨ ਫੈਸਿਲਿਟੀਜ਼। ਆਪਣੇ ਕੋਲ ਜਿਵੇਂ ਕਿ ਪੰਜਾਬ ਦੇ ਵਿੱਚ 95% ਏਰੀਆ ਇਰੀਗੇਟਡ ਆ, ਉਹਨਾਂ ਫੈਸਿਲਿਟੀਜ਼ ਨੂੰ ਆਪਣੇ ਕੋਲ ਪਹਿਲਾਂ ਹੀ ਹੈਗੀਆਂ ਨੇ, ਉਹਨਾਂ ਨੂੰ ਯੂਟੀਲਾਈਜ਼ ਕਰਕੇ ਫਿਊਚਰ ਦੇ ਵਿੱਚ ਆਪਾਂ ਹਾਈਅਰ ਇਨਕਮ ਜਨਰੇਟ ਕਰ ਸਕਦੇ ਹੈਗੇ। ਉਸ ਤੋਂ ਬਾਅਦ ਸੀਡ ਇੰਡਸਟਰੀ। ਸਬਜ਼ੀਆਂ ਨੂੰ ਡਾਇਰੈਕਟ ਵੇਚਣ ਦੇ ਨਾਲੋਂ ਉਸਦੇ ਸੀਡ ਪ੍ਰੋਡਕਸ਼ਨ ਦੇ ਨਾਲ, ਜਿਵੇਂ ਕਿ ਮੂਲੀ ਦੇ ਸੀਡ ਪ੍ਰੋਡਿਊਸ ਕਰਕੇ ਆਪਾਂ ਜ਼ਿਆਦਾ ਇਨਕਮ ਜਨਰੇਟ ਕਰ ਸਕਦੇ ਹਾਂ। ਇਸ ਦੇ ਨਾਲ ਕੰਪਨੀਜ਼ ਕੰਟਰੈਕਟ ਕਰਕੇ ਤੁਹਾਡਾ ਸੀਡ ਲੈਣਗੇ ਡਾਇਰੈਕਟਲੀ, ਅਤੇ ਤੁਹਾਨੂੰ ਇਸ ਦੇ ਪ੍ਰੋਫਿਟ ਜੋ ਹੈ ਟਰਡੀਸ਼ਨਲ ਫਸਲਾਂ ਦੇ ਨਾਲੋਂ ਡਬਲ ਹੁੰਦਾ ਹੈ। ਉਸ ਤੋਂ ਬਾਅਦ ਇੰਪੋਰਟੈਂਸ ਹਿਊਮਨ ਡਾਈਟ ਦੇ ਵਿੱਚ ਕੀ ਹੈ ਸਬਜ਼ੀਆਂ ਦੀ? ਸਬਜ਼ੀਆਂ ਜੋ ਨੇ ਮਿਨਰਲਸ ਦਾ ਅਤੇ ਵਿਟਾਮਿਨਸ ਦਾ ਇੱਕ ਰਿਚ ਸੋਰਸ ਹੁੰਦੀਆਂ। ਇਹਨਾਂ ਦੇ ਵਿੱਚ ਕੈਲਸ਼ੀਅਮ, ਫਾਸਫੋਰਸ, ਆਇਰਨ, ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਜ਼ਿਆਦਾ ਅਮਾਊਂਟ ਦੇ ਵਿੱਚ ਹੁੰਦੇ ਹਨ। ਜਿਵੇਂ ਕਿ ਡਾਇਟੀਸ਼ੀਅਨਸ ਕਹਿੰਦੇ ਹੀ ਹਨ ਕਿ 300 ਗ੍ਰਾਮ ਸਬਜ਼ੀ ਖਾਣੀ ਹਰ ਬੰਦੇ ਦੀ ਇੱਕ ਬੈਲੈਂਸ ਡਾਈਟ ਦੇ ਲਈ ਜ਼ਰੂਰੀ ਹੁੰਦੀ ਹੈ, ਬੈਲੈਂਸ ਡਾਈਟ ਨੂੰ ਕੰਪਲੀਟ ਕਰਨ ਦੇ ਲਈ। ਸਬਜ਼ੀਆਂ ਨੂੰ ਪ੍ਰੋਟੈਕਟਿਵ ਫੂਡ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੇ ਸਰੀਰ ਦੇ ਵਿੱਚ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ, ਇਮਿਊਨਿਟੀ ਨੂੰ ਬਿਲਡ ਕਰਦਾ ਹੈ। ਸਬਜ਼ੀਆਂ ਅਲਕਲਾਈਨ ਹੁੰਦੀਆਂ ਹਨ, ਨੇਚਰ ਦੇ ਵਿੱਚ ਖਾਰਾਪਣ ਹੁੰਦਾ ਹੈ ਇਹਨਾਂ ਦੇ ਵਿੱਚ। ਜੇਕਰ ਆਪਣੇ ਸਰੀਰ ਦੇ ਵਿੱਚ ਐਸਿਡਿਟੀ ਜ਼ਿਆਦਾ ਅਮਾਊਂਟ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ ਤਾਂ ਇਹ ਉਹਨੂੰ ਵੀ ਬੈਲੈਂਸ ਕਰਦਾ ਹੈ। ਨੈਕਸਟ ਇਜ਼ ਵਿਟਾਮਿਨ ਏ। ਵਿਟਾਮਿਨ ਏ ਹੈ ਉਹ ਸਾਨੂੰ ਲਾਲ ਰੰਗ ਦੀਆਂ ਸਬਜ਼ੀਆਂ ਤੋਂ ਜ਼ਿਆਦਾਤਰ ਮਿਲਦਾ ਹੈ, ਜਿਵੇਂ ਕਿ ਕੈਰਟ, ਲੀਵਸ ਆਫ ਟਰਨਿਪ ਹੋ ਗਿਆ, ਬੀਟਰੂਟ, ਜਿਹਨੂੰ ਕਿ ਬੀਟਰੂਟ ਹੋ ਗਿਆ, ਸਵੀਟ ਪੋਟੈਟੋ, ਮੇਥੀ, ਸਪੈਨਿਚ, ਲੈਟਸ, ਅਨੀਅਨ। ਇਹਨਾਂ ਤੋਂ, ਇਹ ਸਬਜ਼ੀਆਂ ਤੋਂ ਆਪਾਂ ਨੂੰ ਵਿਟਾਮਿਨ ਏ ਮਿਲਦਾ ਹੈ। ਇੰਪੋਰਟੈਂਸ ਕੀ ਹੈ ਵਿਟਾਮਿਨ ਏ ਦੀ ਸਾਡੇ ਸਰੀਰ ਦੇ ਵਿੱਚ? ਵਿਟਾਮਿਨ ਏ ਅੱਖਾਂ ਦੇ ਲਈ ਅਤੇ ਸਕਿਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਵਿਟਾਮਿਨ ਏ ਦੀ ਕਮੀ ਆਏਗੀ ਤਾਂ ਜਿਹੜੀ ਗਰੋਥ ਆ ਉਹ ਘੱਟ ਜਾਏਗੀ, ਡਰਾਈਨੈਸ ਸਕਿਨ ਦੀ ਵੱਧ ਜਾਏਗੀ, ਅਤੇ ਜੋ ਕਿ ਅੱਖਾਂ ਦੇ ਵਿੱਚ ਗਲੈਂਡਸ ਹੁੰਦੇ ਨੇ ਟੀਅਰਸ ਵਾਲੇ, ਉਹ ਵੀ ਡਰਾਈ ਹੋਣ ਲੱਗ ਜਾਣਗੇ, ਅਤੇ ਇਹ ਨਾਈਟ ਬਲਾਈਂਡਨੈਸ ਜਿਹੜੀ ਆ ਉਹਨੂੰ ਕੋਜ਼ ਕਰਦੀ ਹੈ, ਅਤੇ ਪਲੱਸ ਇਹਦੇ ਨਾਲ ਕਿਡਨੀ ਸਟੋਨਸ ਦੀ ਪ੍ਰੋਡਕਸ਼ਨ ਵੱਧਦੀ ਹੈ। ਨੈਕਸਟ ਇਜ਼ ਵਿਟਾਮਿਨ B1, ਜਿਹਨੂੰ ਥਾਇਮੀਨ ਤੋਂ ਪ੍ਰਾਪਤ ਹੁੰਦਾ ਹੈ। ਇਹ ਕੈਬੇਜ, ਕਾਊਪੀ, ਅਨੀਅਨ, ਕੈਰਟ, ਲੈਟਸ ਦੇ ਵਿੱਚ ਹੁੰਦਾ ਹੈ। ਇੰਪੋਰਟੈਂਸ ਕੀ ਆ? ਗਰੋਥ ਦੇ ਲਈ, ਰੀਪਰੋਡਕਸ਼ਨ ਲਈ ਇੰਪੋਰਟੈਂਟ ਆ, ਨਰਵਸ ਸਿਸਟਮ ਦੇ ਲਈ ਇੰਪੋਰਟੈਂਟ ਹੈ, ਡਾਈਜੈਸਟਿਵ ਸਿਸਟਮ ਦੇ ਲਈ ਇੰਪੋਰਟੈਂਟ ਹੈ। ਡੈਫੀਸ਼ੀਐਂਸੀ ਦੇ ਨਾਲ ਬੇਰੀ ਡਿਜ਼ੀਜ਼ ਹੁੰਦਾ ਹੈ। ਭੁੱਖ ਜਿਹੜੀ ਹੈ ਉਹਦੀ ਭੁੱਖ ਘਟਦੀ ਹੈ, ਵੇਟ ਜਿਹੜਾ ਹੈ ਉਹ ਵੀ ਘਟਦਾ ਹੈ, ਅਤੇ ਬੋਡੀ ਦਾ ਜੋ ਟੈਂਪਰੇਚਰ ਹੈ ਨੋਰਮਲ ਟੈਂਪਰੇਚਰ ਨਾਲੋਂ ਘੱਟ ਜਾਂਦਾ ਹੈ, ਅਤੇ ਹਾਰਟ ਫੇਲੀਅਰ ਵੀ ਹੋ ਸਕਦਾ ਹੈ, ਅਤੇ ਨਰਵਸ ਡਿਸਆਰਡਰ ਵੀ ਹੁੰਦੇ ਹਨ ਇਹਦੇ ਨਾਲ। ਜਿਵੇਂ ਕਿ ਨੀਚੇ ਤੁਸੀਂ ਤਸਵੀਰ ਦੇਖ ਰਹੇ ਹੋ, ਬੇਰੀ ਡਿਜ਼ੀਜ਼ ਦੀ ਤਸਵੀਰ ਹੈ ਜੋ ਕਿ ਇੱਕ ਸਕਿਨ ਪ੍ਰੋਬਲਮ ਹੁੰਦੀ ਹੈ। ਨੈਕਸਟ ਇਜ਼ ਵਿਟਾਮਿਨ B2 ਵਿਚ ਇਜ਼ ਨੋਨ ਐਜ਼ ਰੈਬੋਫਲੈਵਿਨ। ਵੈਜੀਟੇਬਲਸ ਜਿਹੜੀਆਂ ਹੁੰਦੀਆਂ ਹਨ ਉਹ ਜਿਹੜੀਆਂ ਹਰੇ ਰੰਗ ਦੀਆਂ ਹੋਣ, ਲੀਫੀ ਵੈਜੀਟੇਬਲਸ ਜਿਵੇਂ ਕਿ ਪਾਲਕ, ਮੇਥੀ, ਇਹਨਾਂ ਸਾਰੀਆਂ ਸਬਜ਼ੀਆਂ ਦੇ ਵਿੱਚ ਵਿਟਾਮਿਨ B2 ਜਿਹਨੂੰ ਕਿ ਰੈਬੋਫਲੈਵਿਨ
ਤੋਂ ਪ੍ਰਾਪਤ ਕਰ ਸਕਦੇ ਹਾਂ। ਇਹਦੀ ਇੰਪੋਰਟੈਂਸ ਕੀ ਹੈ? ਡਾਈਜੈਸ਼ਨ ਦੇ ਵਿੱਚ ਇੰਪੋਰਟੈਂਟ ਹੈ, ਗਰੋਥ ਦੇ ਵਿੱਚ ਇੰਪੋਰਟੈਂਟ ਹੈ। ਡੈਫੀਸ਼ੀਐਂਸੀ ਸਿੰਪਟਮ ਦੇ ਨਾਲ ਪਲੈਗੇਰੀਆ ਜੋ ਕਿ ਬਿਮਾਰੀ ਦਾ ਨਾਮ ਨੀਚੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਸਕਿਨ ਜੋ ਹੈ ਫਲੇਕਸ ਬਣ ਕੇ ਉਤਰਨ ਲੱਗ ਜਾਂਦੀ ਹੈ ਅਤੇ ਐਪੇਟਾਈਟ ਭੁੱਖ ਘਟਦੀ ਹੈ, ਗਲੋਸੀ ਟੰਗ ਅਪੀਅਰ ਹੁੰਦੀ ਹੈ ਅਤੇ ਫਟੀਕ ਮਤਲਬ ਥਕਾਵਟ ਵੱਧਦੀ ਹੈ, ਸਕਿਨ ਡਿਸਆਰਡਰਸ ਹੋ ਜਾਂਦੇ ਹਨ। ਨੈਕਸਟ ਇਜ਼ ਵਿਟਾਮਿਨ ਸੀ, ਐਸਕੋਰਬਿਕ ਐਸਿਡ। ਐਸਕੋਰਬਿਕ ਐਸਿਡ ਹੈ ਜੋ ਇਹ ਆਪਣੇ ਬੋਡੀ ਦੇ ਵਿੱਚ ਆਪਾਂ ਵਿਟਾਮਿਨ ਸੀ ਕਹਿ ਕੇ ਵੀ ਆਪਾਂ ਇਹਨੂੰ ਰਿਲੇਟ ਕਰ ਸਕਦੇ ਹਾਂ, ਜਿਵੇਂ ਕਿ ਕੈਬੇਜ, ਮੇਥੀ, ਸਪੈਨਿਚ, ਕੋਲੀਫਲਾਵਰ, ਟਮੈਟੋ, ਗ੍ਰੀਨ ਚਿਲੀਜ਼, ਬਿਟਰ ਗੋਰਡ ਜੋ ਕਿ ਕਰੇਲੇ ਹੁੰਦੇ ਹਨ, ਅਤੇ ਸਵੀਟ ਪੋਟੈਟੋ ਤੋਂ ਮਿਲ ਸਕਦਾ ਹੈ। ਇਹ ਆਪਣੀਆਂ ਨਾੜਾਂ ਦੇ ਲਈ ਅਤੇ ਬਲੱਡ ਸਰਕੂਲੇਸ਼ਨ ਦੇ ਲਈ ਬਹੁਤ ਇੰਪੋਰਟੈਂਟ ਹੈ, ਐਜ਼ ਵੈਲ ਐਜ਼ ਫੋਰ ਆਵਰ ਇਮਿਊਨਿਟੀ। ਡੈਫੀਸ਼ੀਐਂਸੀ ਦੇ ਨਾਲ ਸਕਰਵੀ ਹੁੰਦਾ ਹੈ। ਸਕਰਵੀ ਦੇ ਸਿੰਪਟਮ ਨੀਚੇ ਦਿਖਾਏ ਗਏ ਹਨ, ਜਿਵੇਂ ਕਿ ਪਹਿਲਾਂ ਥਕਾਵਟ ਹੋਣ ਲੱਗਦੀ ਹੈ, ਫਿਰ ਜੋ ਆਪਣੀਆਂ ਮਸੂੜੇ ਹੁੰਦੇ ਹਨ, ਦੰਦ ਹੁੰਦੇ ਹਨ, ਉਹਨਾਂ ਦੇ ਵਿੱਚ ਬਲੀਡਿੰਗ ਹੋਣੀ ਸਟਾਰਟ ਹੋ ਜਾਂਦੀ ਆ, ਕਮੀ ਖੂਨ ਦੇ ਵਿੱਚ ਕਮੀ ਆਉਣੀ, ਅਨੀਮੀਆ ਹੋਣਾ, ਬੁਖਾਰ ਰਹਿਣਾ, ਇਹ ਸਾਰੇ ਸਿੰਪਟਮ ਵਿਟਾਮਿਨ ਸੀ ਦੀ ਕਮੀ ਦੇ ਹਨ। ਅਤੇ ਜਦੋਂ ਜ਼ਖਮ ਹੋ ਜਾਂਦਾ ਹੈ, ਵੂੰਡ ਦੀ ਹੀਲਿੰਗ ਦੇ ਲਈ ਟਾਈਮ ਜ਼ਿਆਦਾ ਲੱਗਦਾ ਹੈ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਸਾਰੇ ਸਿੰਪਟਮ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਦੇ ਹਨ। ਨੈਕਸਟ ਇਜ਼ ਵਿਟਾਮਿਨ ਡੀ। ਵੈਜੀਟੇਬਲਸ ਕੰਟੇਨ ਆਲ ਗ੍ਰੀਨ ਜੋ ਵੈਜੀਟੇਬਲਸ ਹੁੰਦੀਆਂ ਨੇ, ਲੀਫੀ ਵੈਜੀਟੇਬਲਸ, ਦੇ ਕੰਟੇਨ ਵਿਟਾਮਿਨ ਡੀ, ਅਸੈਂਸ਼ੀਅਲ ਫॉर ਹੈਲਦੀ ਬੋਨਸ, ਟੀਥਸ ਐਂਡ ਕੈਲਸੀਫਿਕੇਸ਼ਨ। ਕੈਲਸ਼ੀਅਮ ਦੀ ਯੂਟੀਲਾਈਜੇਸ਼ਨ ਦੇ ਲਈ ਵਿੱਚ ਵੀ ਵਿਟਾਮਿਨ ਡੀ ਦਾ ਇੱਕ ਇੰਪੋਰਟੈਂਟ ਰੋਲ ਹੁੰਦਾ ਹੈ। ਡੈਫੀਸ਼ੀਐਂਸੀ ਸਿੰਪਟਮ ਜਿਵੇਂ ਕਿ ਨੀਚੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ, ਰਿਕਟਸ ਦੀ ਬਿਮਾਰੀ ਹੈ ਜੋ ਜਿਸ ਨਾਲ ਹੱਡੀਆਂ ਦੀ ਜੋ ਸ਼ੇਪ ਹੈ ਡਿਸਫੋਰਮਡ ਹੋ ਜਾਂਦੀ ਹੈ, ਉਹ ਦਿਖਾਈ ਗਈ ਹੈ। ਇਹਦੇ ਵਿੱਚ ਡੈਂਟਲ ਡਿਜ਼ੀਜ਼ ਵੀ ਆਉਂਦੇ, ਮਸੂੜਿਆਂ ਦੇ ਡਿਜ਼ੀਜ਼ ਵੀ ਇਸ ਦੇ ਵਿੱਚ ਕਾਮਨਲੀ ਦੇਖੇ ਜਾਂਦੇ ਹਨ। ਉਸ ਤੋਂ ਬਾਅਦ ਹੈ ਵਿਟਾਮਿਨ ਈ ਜੋ ਕਿ ਕੈਬੇਜ ਤੋਂ, ਲੈਟਸ ਤੋਂ, ਜਰਮੀਨੇਟਡ ਬੀਨਸ ਜੋ ਪੁੰਗਰੇ ਹੋਏ ਬੀਨਸ ਹੁੰਦੇ ਨੇ, ਜਿਵੇਂ ਕਿ ਮੂੰਗੀ ਹੋਈ, ਪੁੰਗਰੀ ਹੋਈ, ਛੋਲੇ ਹੋਏ, ਉਹਨਾਂ ਤੋਂ ਮਿਲਦਾ ਹੈ। ਇੰਪੋਰਟੈਂਸ ਐਂਟੀ ਏਜਿੰਗ ਹੁੰਦਾ ਹੈ ਅਤੇ ਰੀਪਰੋਡਕਸ਼ਨ ਦੇ ਲਈ ਬਹੁਤ ਇੰਪੋਰਟੈਂਟ ਹੈ ਅਤੇ ਵਾਲਾਂ ਦੇ ਲਈ ਵੀ ਬਹੁਤ ਇੰਪੋਰਟੈਂਟ ਹੈ। ਡੈਫੀਸ਼ੀਐਂਸੀ ਦੇ ਨਾਲ ਸਟਰਲਿਟੀ, ਬਾਂਝਪਣ ਆਉਂਦਾ ਹੈ ਅਤੇ ਹੇਅਰ ਫਾਲ ਹੁੰਦਾ ਹੈ, ਗੰਜਾਪਣ ਆਉਂਦਾ ਹੈ ਅਤੇ ਇਨਫੈਂਟਸ ਮਤਲਬ ਬੱਚਿਆਂ ਦੇ ਵਿੱਚ ਅਨੀਮੀਆ ਦੀ ਕਮੀ, ਜਿਹੜੀ ਕਿ ਖੂਨ ਦੀ ਕਮੀ ਹੈ, ਉਹ ਦੇਖੀ ਜਾਂਦੀ ਹੈ। ਅੱਗੇ ਹੈ ਕੈਲਸ਼ੀਅਮ। ਕੈਲਸ਼ੀਅਮ ਜੋ ਹੈ ਇਹ ਸਾਡੀਆਂ ਹੱਡੀਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸਾਨੂੰ ਕੈਰਟ, ਕਾਲੀਫਲਾਵਰ, ਕੈਬੇਜ, ਕਾਊਪੀ, ਸਪੈਨਿਸ਼, ਲੈਟਸ ਐਂਡ ਅਦਰ ਗ੍ਰੀਨ ਵੈਜੀਟੇਬਲਸ ਤੋਂ ਮਿਲ ਸਕਦਾ ਹੈ। ਇੰਪੋਰਟੈਂਸ ਕੀ ਆ? ਰੈਜ਼ਿਸਟੈਂਸ ਬਣਾਉਂਦਾ ਹੈ, ਸਟਰੈਂਥਨ ਕਰਦਾ ਸਾਡੀਆਂ ਦੰਦ ਅਤੇ ਹੱਡੀਆਂ ਨੂੰ, ਅਤੇ ਬਲੱਡ ਦੇ ਕਲੌਟਸ ਬਣਾਉਣ ਦੇ ਵਿੱਚ ਹੈਲਪ ਕਰਦਾ ਹੈ। ਬਲੱਡ ਕਲੌਟਿੰਗ ਕਦੋਂ ਚਾਹੀਦੀ ਆਪਾਂ ਨੂੰ? ਜਦੋਂ ਕਿ ਜ਼ਖਮ ਹੋ ਜਾਂਦਾ ਹੈ, ਬਲੱਡ ਜੰਮ ਕੇ ਉਹ ਖੂਨ ਦੇ ਬਹਾਵ ਨੂੰ ਰੋਕਦਾ ਹੈ, ਉਸ ਨੂੰ ਬਲੱਡ ਕਲੌਟਿੰਗ ਕਿਹਾ ਜਾਂਦਾ ਹੈ। ਡੈਫੀਸ਼ੀਐਂਸੀ ਜਿਵੇਂ ਕਿ ਰਿਕਟਸ ਦੇ ਵਿੱਚ ਇਰੀਟੇਬਿਲਿਟੀ, ਰਿਟਾਰਡੇਸ਼ਨ ਆਫ ਗਰੋਥ ਘੱਟ ਜਾਂਦੀ ਹੈ। ਟਰਬਲ ਇਨ ਚਾਈਲਡ ਬਰਥ ਦੇ ਵਿੱਚ ਟਰਬਲ ਆਉਣ ਲੱਗ ਜਾਂਦਾ। ਉਸ ਤੋਂ ਬਾਅਦ ਹੈ ਫਾਸਫੋਰਸ ਜੋ ਹੈ ਉਹ ਆਪਾਂ ਨੂੰ ਪੋਟੈਟੋ, ਕੈਰਟ, ਸਪੈਨਿਸ਼, ਮੇਥੀ, ਟਮੈਟੋ, ਇਹਨਾਂ ਤੋਂ ਮਿਲ ਸਕਦਾ ਹੈ। ਇੰਪੋਰਟੈਂਸ ਕੀ ਹੁੰਦੀ ਹੈ? ਇੰਟਰਾਸੈਲੂਲਰ ਐਕਟੀਵਿਟੀਜ਼ ਜੋ ਸੈਲਜ਼ ਦੇ ਅੰਦਰੂਨੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਦਾ ਹੈ। ਸੈੱਲ ਦੀ ਡਿਵੀਜ਼ਨ, ਮਲਟੀਪਲੀਕੇਸ਼ਨ ਉਹਨੂੰ ਰੈਗੂਲੇਟ ਕਰਦਾ ਹੈ ਅਤੇ ਬੋਨਸ ਦੀ, ਹੱਡੀਆਂ ਦੀ ਗਰੋਥ ਨੂੰ ਪ੍ਰਮੋਟ ਕਰਦਾ ਹੈ। ਉਸ ਤੋਂ ਬਾਅਦ ਹੈ ਡੈਫੀਸ਼ੀਐਂਸੀ, ਵੀਕਨੈਸ, ਰਿਟਾਰਡਨੈਸ ਇਨ ਨੋਰਮਲ ਗਰੋਥ, ਕਮਜ਼ੋਰੀ ਆਉਣ ਲੱਗ ਜਾਂਦੀ ਹੈ, ਨੋਰਮਲ ਗਰੋਥ ਘੱਟ ਜਾਂਦੀ ਹੈ। ਨੈਕਸਟ ਇਜ਼ ਆਇਰਨ ਐਂਡ ਕਾਰਬੋਹਾਈਡਰੇਟਸ। ਆਇਰਨ ਜੋ ਕਿ ਸਪੈਨਿਸ਼ ਤੋਂ, ਪਾਲਕ ਤੋਂ ਮਿਲਦਾ ਹੈ, ਕਾਊਪੀਸ ਤੋਂ, ਬੀਨਸ ਅਤੇ ਟਮੈਟੋਸ ਤੋਂ ਮਿਲਦਾ ਹੈ। ਇਹ ਰੈੱਡ ਬਲੱਡ ਸੈਲਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਆਕਸੀਜਨ ਨੂੰ ਕੈਰੀ ਕਰਦਾ ਹੈ, ਜੋ ਆਪਣੇ ਬਲੱਡ ਤੱਕ ਆਕਸੀਜਨ ਨੂੰ ਪਹੁੰਚਾ ਹੁੰਦਾ ਹੈ। ਡੈਫੀਸ਼ੀਐਂਸੀ ਇਹਦੇ ਨਾਲ ਕੀ ਹੋਏਗਾ? ਅਨੀਮੀਆ, ਖੂਨ ਦੀ ਕਮੀ, ਲਿਪਸ, ਆਈਜ਼ ਐਂਡ ਨੀਲਜ਼ ਦੇ ਵਿੱਚ ਡਿਜ਼ੀਜ਼ ਆਉਣੇ ਸਟਾਰਟ ਹੋ ਜਾਂਦੇ ਨੇ। ਕਾਰਬੋਹਾਈਡਰੇਟਸ ਆਰ ਰਿਚ ਸੋਰਸ ਆਫ ਐਨਰਜੀ। ਵੀ ਕੈਨ ਗੈਟ ਦ ਕਾਰਬਸ ਫਰੋਮ ਪੋਟੈਟੋ, ਸਵੀਟ ਪੋਟੈਟੋ, ਟਾਇਓਪਿਕਾ, ਇਹ ਵੀ ਇੱਕ ਜੜ ਰੂਪੀ ਸਵੀਟ ਪੋਟੈਟੋ ਦੀ ਤਰ੍ਹਾਂ ਸਬਜ਼ੀ ਹੁੰਦੀ ਹੈ ਕਿ ਜੋ ਕਿ ਸਾਊਥ ਇੰਡੀਆ ਦੇ ਵਿੱਚ ਜ਼ਿਆਦਾ ਫੇਮਸ ਹੈ। ਵਾਟਰਮੈਲਨ, ਮਸਕਮੈਲਨ, ਬੀਟਰੂਟ। ਇੰਪੋਰਟੈਂਸ ਕੀ ਹੈ? ਐਨਰਜੀ ਪ੍ਰੋਡਕਸ਼ਨ ਦੇ ਲਈ, ਬਿਕੋਜ਼ ਕਾਰਬਸ ਆਰ ਦਾ ਰਿਚ ਸੋਰਸ ਆਫ ਐਨਰਜੀ। ਡੈਫੀਸ਼ੀਐਂਸੀ, ਵੀਕਨੈਸ ਹੋ ਜਾਂਦੀ ਹੈ, ਬਾਇਓਕੈਮੀਕਲ ਐਕਟੀਵਿਟੀਜ਼ ਜੋ ਕਿ ਸੈੱਲ ਦੇ ਵਿੱਚ ਹੁੰਦੀਆਂ ਨੇ ਉਹ ਘੱਟ ਜਾਂਦੀਆਂ ਹਨ। ਨੈਕਸਟ ਇਜ਼ ਫੈਟਸ ਐਂਡ ਪ੍ਰੋਟੀਨਸ। ਫੈਟਸ, ਵੀ ਕੈਨ ਗੈਟ ਫੈਟਸ ਫਰੋਮ ਚਿਲੀਜ਼, ਬ੍ਰਿੰਜਲ, ਕੋਰੀਐਂਡਰ, ਟਮੈਟੋ,
ਰੈਡਿਸ਼ ਐਂਡ ਕੁਕਰਬਿਟਸ ਜੋ ਕੱਦੂ ਜਾਤੀ ਦੀਆਂ ਫਸਲਾਂ ਆਉਂਦੀਆਂ ਹਨ। ਨੈਕਸਟ ਇਜ਼ ਇੰਪੋਰਟੈਂਸ, ਇਹ ਰਿਜ਼ਰਵ ਕਰਦਾ ਗਾ ਫੂਡ ਮਟੀਰੀਅਲ ਨੂੰ ਅਤੇ ਲੂਬਰੀਕੇਟ ਕਰਦਾ ਗਾ ਆਪਣੇ ਔਰਗਨਸ ਨੂੰ, ਜਿਹਦੇ ਨਾਲ ਕੌਂਸਟੀਪੇਸ਼ਨ ਨਹੀਂ ਹੁੰਦੀ। ਡੈਫੀਸ਼ੀਐਂਸੀ ਸਿੰਪਟਮ ਕੀ ਹੁੰਦੇ ਆ, ਇਹਦੇ ਨਾਲ ਵੀਕਨੈਸ ਆਉਂਦੀ ਆ, ਜਿਹੜੇ ਆਪਣੇ ਜੋੜ ਹੁੰਦੇ ਹਨ ਉਹਨਾਂ ਦੀ ਮੋਬਿਲਿਟੀ ਮਤਲਬ ਕਿ ਚੱਲਣ ਦੇ ਵਿੱਚ ਜਾਂ ਪ੍ਰੋਬਲਮ ਵੱਧ ਜਾਂਦੀ ਹੈ ਅਤੇ ਜੋੜਾਂ ਦਾ ਦਰਦ ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਪ੍ਰੋਟੀਨ ਇੱਕ ਬਿਲਡਿੰਗ ਬਲੋਕ ਹੁੰਦੇ ਨੇ ਆਪਣੀ ਬਾਡੀ ਦੇ ਵਿੱਚ। ਮਸਲ ਜੋ ਨੇ ਉਹ ਵੀ ਪ੍ਰੋਟੀਨ ਤੋਂ ਬਣਦੇ ਹਨ ਅਤੇ ਜਿੰਨੇ ਵੀ ਐਂਜ਼ਾਈਮ ਆਪਣੀ ਬਾਡੀ ਦੇ ਵਿੱਚ ਹਨ ਉਹ ਵੀ ਪ੍ਰੋਟੀਨਸ ਤੋਂ ਹੀ ਬਣਦੇ ਹਨ। ਪ੍ਰੋਟੀਨ ਸੋਲਿਡ ਮੈਟਰ ਆਫ ਔਰਗਨਸ ਐਂਡ ਮਸਲ, ਜਿਵੇਂ ਕਿ ਦੱਸਿਆ ਉਹਨੂੰ ਇੰਪੋਰਟੈਂਟ ਹੈ। ਸਕਿਨ, ਹੇਅਰ, ਨੀਲਸ, ਬਲੱਡ ਸੈੱਲ ਲਈ ਸੀਰਮ ਕੰਟੇਨ ਕਰਦਾ ਹੈ। ਨੈਸੈਸਿਟੀ ਫॉर ਦਾ ਫਾਰਮੇਸ਼ਨ ਐਂਡ ਮੇਨਟੇਨੈਂਸ ਆਫ ਦਾ ਬਲੱਡ ਟਿਸ਼ੂ। ਨਿਊਟਰਲਾਈਜ਼ ਕਰਦਾ ਇਹ ਐਸਿਡ ਨੂੰ ਆਪਣੀ ਬਾਡੀ ਦੇ ਵਿੱਚ, ਕਿਉਂਕਿ ਪ੍ਰੋਟੀਨਸ ਆਰ ਐਲਕਲਾਈਨ ਇਨ ਨੇਚਰ। ਡੈਫੀਸ਼ੀਐਂਸੀ, ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ, ਵਾਲਾਂ ਦੀਆਂ ਅਤੇ ਸਕਿਨ ਦੀਆਂ ਪ੍ਰੋਬਲਮਸ ਵੱਧ ਜਾਂਦੀਆਂ ਹਨ। ਥੈਂਕ ਯੂ ਸੋ ਮਚ।